ਵਾਰਤਕ ਕਾਵਿ ਵਿੱਚ 180 ਕੁਐਸਚਨ ਕੱਲ੍ਹ ਕਰ ਚੁੱਕੇ ਸੀ। ਕੱਲ੍ਹ ਵਾਲੀ ਵੀਡੀਓ ਜਿਨ੍ਹਾਂ ਨੇ ਨਹੀਂ ਦੇਖੀ ਚੈਨਲ 'ਤੇ ਜਾ ਕੇ ਦੇਖ ਸਕਦੇ ਹੋ। 181 ਤੋਂ 255 ਤੱਕ ਅੱਜ ਦੇਖਾਂਗੇ। ਵਾਰਤਕ ਕਾਵਿ ਦੇ ਕੁਐਸਚਨ 180 ਤੋਂ। ਆਧੁਨਿਕ ਪੰਜਾਬੀ ਕਵਿਤਾ ਸਾਹਿਤ ਕਿਹੜੇ ਰੂਪਾਂ ਵਿੱਚ ਪ੍ਰਾਪਤ ਹੁੰਦੀ ਹੈ? ਆਧੁਨਿਕ ਜੋ ਪੰਜਾਬੀ ਕਵਿਤਾ ਹੈ ਉਹ ਨਜ਼ਮ, ਛੰਦਬੰਧ ਕਵਿਤਾ, ਖੁੱਲ੍ਹੀ ਕਵਿਤਾ, ਗਜ਼ਲ, ਕਾਫੀਆਂ, ਗੀਤ ਆਦਿ ਤੋਂ ਪ੍ਰਾਪਤ ਹੁੰਦੀ ਹੈ। 13ਵੀਂ ਸਦੀ ਦੀ ਪੁਰਾਤਨ ਪੰਜਾਬੀ ਵਾਰਤਕ ਦਾ ਪਹਿਲਾ ਨਮੂਨਾ ਕਿਹੜਾ ਪ੍ਰਾਪਤ ਹੁੰਦਾ ਹੈ? ਦੇਖੋ, 13ਵੀਂ ਸਦੀ ਵਿੱਚ ਪੁਰਾਤਨ ਪੰਜਾਬੀ ਵਾਰਤਕ ਦਾ ਨਮੂਨਾ ਪੁੱਛਿਆ ਹੈ। ਇਕਾਦਸੀ ਮਹੱਤਮ। ਪੰਜਾਬੀ ਸਾਹਿਤ ਵਿੱਚ ਪੰਜਾਬੀ ਵਾਰਤਕ ਦਾ ਸਭ ਨਾਲੋਂ ਪ੍ਰਾਚੀਨ ਰੂਪ ਕਿਹੜਾ ਹੈ? ਵਾਰਤਕ ਦਾ ਸਭ ਨਾਲੋਂ ਪ੍ਰਾਚੀਨ ਰੂਪ ਜਨਮ ਸਾਖੀ ਹਨ। ਭਾਈ ਗੁਰਦਾਸ ਦੀ ਪਹਿਲੀ ਵਾਰ 'ਤੇ ਆਧਾਰਿਤ ਲਿਖੀ ਵਾਰਤਕ ਰਚਨਾ ਕਿਹੜੀ ਹੈ? ਜੋ ਪਹਿਲੀ ਵਾਰ 'ਤੇ ਆਧਾਰਿਤ ਲਿਖੀ ਗਈ ਗਿਆਨ ਰਤਨਾਵਲੀ ਹੈ। ਗਿਆਨ ਰਤਨਾਵਲੀ ਕਿਸ ਦੀ ਰਚਨਾ ਹੈ? ਹੁਣ ਗਿਆਨ ਰਤਨਾਵਲੀ ਦੇ ਜੋ ਰਚਨਹਾਰ ਹਨ, ਰਚਨਾਕਾਰ ਭਾਈ ਮਣੀ ਸਿੰਘ। ਭਾਈ ਗੁਰਦਾਸ ਜੀ 11ਵੀਂ ਵਾਰ 'ਤੇ ਆਧਾਰਿਤ ਲਿਖੀ ਵਾਰਤਕ ਰਚਨਾ ਕਿਹੜੀ ਹੈ? ਭਗਤ ਰਤਨਾਵਲੀ ਜਾਂ ਸਿੱਖਾਂ ਦੀ ਭਗਤਮਾਲਾ। ਇਹ 11ਵੀਂ ਤੇ ਇਹ ਪਹਿਲੀ 'ਤੇ। ਗਿਆਨ ਰਤਨਾਵਲੀ ਕਿਸ ਦੀ ਰਚਨਾ ਹੈ? ਇਹ ਵੀ ਭਾਈ ਮਣੀ ਸਿੰਘ ਜੀ ਦੀ ਹੈ। ਭਾਈ ਗੁਰਦਾਸ ਦੀ 11ਵੀਂ ਵਾਰ 'ਤੇ ਭਗਤ ਰਤਨਾਵਲੀ, ਸਿੱਖਾਂ ਦੀ ਭਗਤਮਾਲਾ। ਭਗਤ ਰਤਨਾਵਲੀ ਜਾਂ ਸਿੱਖਾਂ ਦੀ ਭਗਤਮਾਲਾ ਕਿਸ ਦੀ ਰਚਨਾ ਹੈ? ਭਾਈ ਮਣੀ ਸਿੰਘ ਜੀ ਦੀ। ਕਿੱਸਾ ਹੀਰ ਕਿਸ ਦੀ ਰਚਨਾ ਹੈ? ਵਾਰਿਸ ਸ਼ਾਹ ਦੀ। ਪੰਜਾਬੀ ਸਾਹਿਤ 'ਤੇ ਪ੍ਰਾਪਤ ਹੋਏ ਪਹਿਲੇ ਪ੍ਰਮਾਣਿਕ ਨਾਵਲ ਦਾ ਕੀ ਨਾਮ ਹੈ? ਜੋ ਪੰਜਾਬੀ ਦਾ ਪਹਿਲਾ ਨਾਵਲ ਹੈ ਜੋ ਪ੍ਰਮਾਣਿਕ ਤੌਰ 'ਤੇ ਪ੍ਰਾਪਤ ਹੋਇਆ ਹੈ, ਸੁੰਦਰੀ। ਤੇ ਸੁੰਦਰੀ ਕਿਸ ਦਾ ਲਿਖਿਆ ਹੋਇਆ ਹੈ? ਭਾਈ ਵੀਰ ਸਿੰਘ ਜੀ ਦਾ। ਮੜੀ ਦਾ ਦੀਵਾ ਕਿਹੜਾ ਸਾਹਿਤ ਰੂਪ ਹੈ? ਮੜੀ ਦਾ ਦੀਵਾ ਇੱਕ ਨਾਵਲ ਹੈ ਤੇ ਜੋ ਕੀ ਹੈ ਨਾਵਲਕਾਰ ਗੁਰਦਿਆਲ ਸਿੰਘ ਜੀ ਦੀ ਰਚਨਾ ਹੈ। ਮੜੀ ਦਾ ਦੀਵਾ ਨਾਵਲਕਾਰ ਗੁਰਦਿਆਲ ਸਿੰਘ ਦੀ ਰਚਨਾ ਹੈ ਤੇ ਇੱਕ ਨਾਵਲ ਹੈ ਇਹ ਮੜੀ ਦਾ ਦੀਵਾ। ਪੰਜਾਬੀ ਦੇ ਕਿਸੇ ਇੱਕ ਪ੍ਰਸਿੱਧ ਗਜ਼ਲੋਕਾਰ ਜਾਂ ਗਜ਼ਲਕਾਰ ਦਾ ਗਜ਼ਲਗੋ ਜਾਂ ਗਜ਼ਲਕਾਰ ਦਾ ਨਾਮ ਦੱਸੋ ਜੋ ਕਿ ਪ੍ਰਸਿੱਧ ਹੈ। ਡਾਕਟਰ ਸੁਰਜੀਤ ਪਾਤਰ, ਡਾਕਟਰ ਜਗਤਾਰ, ਇਹ ਕੀ ਹੈ ਗਜ਼ਲਕਾਰ ਹਨ। ਨਾਸੂਰ ਕਿਸ ਦੀ ਰਚਨਾ ਹੈ? ਨਾਵਲਕਾਰ ਨਾਨਕ ਸਿੰਘ ਦਾ ਇੱਕ ਨਾਵਲ ਹੈ ਨਾਸੂਰ। ਨਾਵਲਕਾਰ ਨਾਨਕ ਸਿੰਘ ਦੇ ਕਿਸੇ ਇੱਕ ਇਤਿਹਾਸਿਕ ਨਾਵਲ ਦਾ ਨਾਮ ਲਿਖੋ। ਜੋ ਇੱਕ ਇਤਿਹਾਸਿਕ ਨਾਵਲ ਹੈ ਨਾਨਕ ਸਿੰਘ ਜੀ ਦਾ ਇੱਕ ਮਿਆਨ ਦੋ ਤਲਵਾਰਾਂ ਇਤਿਹਾਸਿਕ ਨਾਵਲ ਹੈ। ਨਾਵਲਕਾਰ ਨਾਨਕ ਸਿੰਘ ਦੇ ਕਿਸ ਨਾਵਲ 'ਤੇ ਫਿਲਮ ਬਣੀ? ਪਵਿੱਤਰ ਪਾਪੀ 'ਤੇ। ਯਾਤਰਾ ਦੇ ਆਧਾਰ 'ਤੇ ਕਿਹੜਾ ਸਾਹਿਤ ਰੂਪ ਲਿਖਿਆ ਜਾਂਦਾ ਹੈ ਜਿਸ ਵਿੱਚ ਯਾਤਰਾ ਦਾ ਵਰਣਨ ਹੋਵੇ? ਸਫ਼ਰਨਾਮਾ। ਸਾਹਿਤ ਵਿਚਲੇ ਪਾਤਰਾਂ ਦੇ ਮੰਚ ਉੱਤੇ ਪੇਸ਼ ਨਾਟਕੀ ਰੂਪ ਨੂੰ ਕੀ ਕਿਹਾ ਜਾਂਦਾ ਹੈ? ਜੋ ਮੰਚ 'ਤੇ ਪੇਸ਼ ਕੀਤਾ ਜਾਂਦਾ ਹੈ ਨਾਟਕ, ਅਦਾਕਾਰੀ ਜਾਂ ਅਭਿਨੈਕਾਰ। ਸਾਹਿਤ ਦੇ ਕਿਹੜੇ ਰੂਪ ਵਰਣਮਾਲਾ 'ਤੇ ਆਧਾਰਿਤ ਹਨ? ਵਰਣਮਾਲਾ 'ਤੇ ਆਧਾਰਿਤ ਸੀਰਫੀ, 35 ਅੱਖਰੀ, 52 ਅੱਖਰੀ, ਇਹ ਜੋ ਸਾਹਿਤਕ ਰੂਪ ਹਨ ਵਰਣਮਾਲਾ 'ਤੇ ਆਧਾਰਿਤ ਹਨ। ਸਾਹਿਤ ਕਿਹੜੀ ਕਲਾ ਹੈ? ਸ਼ਬਦ ਕਲਾ ਹੈ। ਸ਼ਬਦਾਂ ਦੀ ਇੱਕ ਕਲਾ ਹੈ। ਪੰਜਾਬੀ ਸਾਹਿਤ ਦਾ ਪਹਿਲਾ ਇਤਿਹਾਸਕਾਰ ਕੌਣ ਹੈ? ਪੰਜਾਬੀ ਸਾਹਿਤ ਦਾ ਪਹਿਲਾ ਇਤਿਹਾਸ ਮੌਲਾ ਬਖਸ਼ ਕੁਸ਼ਤਾ। ਪੰਜਾਬੀ ਸਾਹਿਤ ਦੇ ਇਤਿਹਾਸ ਦਾ ਆਧਾਰ ਕੀ ਹੈ? ਪੰਜਾਬੀ ਸਾਹਿਤ ਦਾ ਆਧਾਰ ਇਤਿਹਾਸਕ ਅਧਿਐਨ ਹੈ। ਰਚਨਾ ਸੁਣਨ ਵਾਲੇ ਦਾ ਨਾਮਕਰਨ ਕੀ ਹੈ? ਜੋ ਰਚਨਾ ਸੁਣਦਾ ਹੈ ਉਹ ਸਰੋਤਾ ਹੈ।
ਰਚਨਾ ਦੇਖਣ ਵਾਲਾ ਦਰਸ਼ਕ ਹੈ। ਰਚਨਾ ਪੜ੍ਹਨ ਵਾਲਾ ਪਾਠਕ। ਰਚਨਾ ਲਿਖਣ ਵਾਲਾ ਲੇਖਕ। ਨਾਵਲ ਲਿਖਣ ਵਾਲਾ ਕੌਣ ਹੈ? ਨਾਵਲਕਾਰ। ਨਿਬੰਧ ਲਿਖਣ ਵਾਲਾ ਨਿਬੰਧਕਾਰ। ਕਹਾਣੀ ਲੇਖਕ ਕਹਾਣੀਕਾਰ। ਸਾਹਿਤ ਰਚਣ ਵਾਲਾ ਸਾਹਿਤਕਾਰ। ਜੀਵਨ ਰਚਣ ਵਾਲੇ ਜੋ ਆਪਣੇ ਜੀਵਨ ਬਾਰੇ ਜੋ ਰਚਨਾ ਕਰਦੇ ਹਨ, ਜੀਵਨੀਕਾਰ। ਗੀਤ ਰਚਣ ਵਾਲੇ ਹਨ ਗੀਤਕਾਰ। ਗਜ਼ਲ ਰਚਣ ਵਾਲੇ ਹਨ ਗਜ਼ਲ ਗੋ ਜਾਂ ਗਜ਼ਲਕਾਰ। ਗੀਤ ਗਾਉਣ ਵਾਲੇ ਨੂੰ ਕੀ ਕਹਿੰਦੇ ਹਨ? ਗਾਇਕ। ਪੰਜਾਬੀ ਸਾਹਿਤ ਦਾ ਮੁੱਢ ਕਦੋਂ ਬੱਝਾ? ਪੰਜਾਬੀ ਸਾਹਿਤ ਜਦੋਂ ਸਟਾਰਟਿੰਗ ਵਿੱਚ ਲਿਖਣਾ ਸ਼ੁਰੂ ਹੋਇਆ ਸੀ 8ਵੀਂ 9ਵੀਂ ਸਦੀ ਵਿੱਚ। ਅਰਬੀ ਫਾਰਸੀ ਦੇ ਅੱਖਰਾਂ ਤੇ ਆਧਾਰ ਤੇ ਪੰਜਾਬੀ ਸਾਹਿਤ ਵਿੱਚ ਲਿਖੇ ਗਏ ਕਾਵਿ ਰੂਪ ਨੂੰ ਕੀ ਕਿਹਾ ਜਾਂਦਾ ਹੈ? ਸੀਰਫੀ। 30 ਅੱਖਰਾਂ ਤੇ ਆਧਾਰਿਤ ਹੁੰਦਾ ਹੈ ਇਹ। ਸੀਰਫੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਧਿਆਤਮਕ ਵਾਰਾਂ ਨੂੰ ਕਿੰਨੀਆਂ ਲੋਕ ਵਾਰਾਂ ਦੀਆਂ ਧੁਨਾਂ ਤੇ ਗਾਉਣ ਦਾ ਆਦੇਸ਼ ਹੈ? 9 ਲੋਕ ਵਾਰਾਂ ਦੀਆਂ ਧੁਨਾਂ ਤੇ ਗਾਉਣ ਦਾ ਆਦੇਸ਼ ਹੈ। ਲੋਕ ਵਾਰਾਂ ਦੀਆਂ 2 ਧੁਨਾਂ ਦੇ ਨਾਮ ਲਿਖੋ। ਟੁੰਡੇ असराजी ਦੀ ਧੁਨੀ, सिकंदर इब्राहिम की ਧੁਨੀ, मूसे की वार की ਧੁਨੀ, मलक मुरीद की ਧੁਨੀ। ਮੱਧਕਾਲ ਦੀਆਂ ਕੋਈ 3 ਕਾਵਿ ਧਾਰਾਵਾਂ ਦੇ ਨਾਮ ਲਿਖੋ। ਗੁਰਮਤਿ ਕਾਵਿ, ਕਿੱਸਾ ਕਾਵਿ, ਵੀਰ ਕਾਵਿ। ਸ਼ੇਖ ਫਰੀਦ ਜੀ ਦਾ ਜਨਮ ਕਦੋਂ ਹੋਇਆ? 1173 ਵਿੱਚ। ਕਿਹੜੇ ਸੂਫੀ ਕਵੀ ਦਾ ਵਿਸ਼ਾ ਸਮਾਜਿਕ ਨਾ ਬਰਾਬਰੀ ਦੁਆਲੇ ਕੇਂਦਰਿਤ ਸੀ? ਵਜੀਦ ਜੀ ਸੂਫੀ ਕਵੀ ਸਨ ਇਹ ਇੱਕ। ਕਿਹੜੇ ਸੂਫੀ ਕਵੀ ਨੂੰ ਬਿਰਹਾ ਦਾ ਕਵੀ ਕਿਹਾ ਗਿਆ ਹੈ? ਬਿਰਹਾ ਦਾ ਕਵੀ ਸ਼ਾਹ ਹੁਸੈਨ। ਕਿਹੜਾ ਸੂਫੀ ਕਵੀ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਸ਼ਹਿਰ ਵਿੱਚ ਸੰਬੰਧਿਤ ਹੈ? ਬਟਾਲਾ ਸ਼ਹਿਰ ਵਿੱਚ ਉਹਨਾਂ ਦਾ ਜਨਮ ਹੋਇਆ ਸੀ। ਉਹ ਸੀ ਸ਼ਾਹ ਸ਼ਰਫ ਬਟਾਲਵੀ। ਖਵਾਜਾ ਗੁਲਾਮ ਫਰੀਦ ਨੇ ਕਿੰਨੀਆਂ ਕਾਫੀਆਂ ਲਿਖੀਆਂ? 272। ਗੁਲਾਮ ਫਰੀਦ ਨੇ। ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਕਿਸ ਰਚਨਾ ਵਿੱਚ ਸੰਗ੍ਰਹਿਤ ਹੈ? ਦਸਮ ਗ੍ਰੰਥ ਵਿੱਚ। ਜਾਪੂ ਸਾਹਿਬ ਕਿਸ ਦੀ ਰਚਨਾ ਹੈ? ਗੁਰੂ ਗੋਬਿੰਦ ਸਿੰਘ ਜੀ ਦੀ। ਕਿਹੜੀ ਸਦੀ ਨੂੰ ਕਿੱਸਾ ਸਾਹਿਤ ਦਾ ਸੁਨਹਿਰੀ ਕਾਲ ਕਿਹਾ ਜਾਂਦਾ ਹੈ? 18ਵੀਂ ਸਦੀ, ਕਿਉਂਕਿ ਇਸ ਵਿੱਚ ਬਹੁਤ ਸਾਰੇ ਕਿੱਸੇ ਲਿਖੇ ਗਏ ਸੀ। ਕਿੱਸਾ ਕਾਵਿ ਵਿੱਚ ਕਿਹੜੀ ਸਦੀ ਹੀਰ ਸਾਹਿਤ ਦੀ ਸਦੀ ਅਖਵਾਉਂਦੀ ਹੈ? 18ਵੀਂ ਸਦੀ। ਕਿਹੜੀ ਸਦੀ ਦੇ ਲਿਖੇ ਗਏ ਕਿੱਸਿਆਂ ਵਿੱਚ ਸਭ ਨਾਲੋਂ ਵੱਧ ਬੈਂਤ ਛੰਦ ਦੀ ਵਰਤੋਂ ਕੀਤੀ ਗਈ? ਇਹ ਵੀ 18ਵੀਂ ਸਦੀ ਵਿੱਚ ਕੀਤੀ ਗਈ। ਪੀਲੂ ਦਾ ਮਿਰਜ਼ਾ ਸਾਹਿਬਾ ਕਿੱਸਾ ਕਿਹੜੀ ਅੰਗਰੇਜ਼ੀ ਪੁਸਤਕ ਵਿੱਚ ਪਹਿਲੀ ਵਾਰ ਅੰਕਿਤ ਕੀਤਾ ਗਿਆ? ਲੀਜੈਂਡ ਆਫ ਪੰਜਾਬ। ਪੀਲੂ ਦਾ ਕਿੱਸਾ ਮਿਰਜ਼ਾ ਸਾਹਿਬਾ ਮਸ਼ਹੂਰ ਹੋਇਆ ਤੇ ਇਹ ਲੀਜੈਂਡ ਆਫ ਪੰਜਾਬ ਵਿੱਚ ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਲਿਖਿਆ ਗਿਆ। ਮਾਲਵੇ ਦੇ ਖੇਤਰ ਵਿੱਚ ਭਗਵਾਨ ਸਿੰਘ ਦੀ ਕਿਹੜੀ ਰਚਨਾ ਪ੍ਰਸਿੱਧ ਹੋਈ? ਹੀਰ। ਭਗਵਾਨ ਸਿੰਘ ਦੀ ਹੀਰ ਪ੍ਰਸਿੱਧ ਹੈ ਮਾਲਵੇ ਵਿੱਚ। ਕਿਹੜੇ ਕਿੱਸਾਕਾਰ ਦੀ ਰਚਨਾ ਨੂੰ ਕਲੀਆਂ ਵਾਲੀ ਹੀਰ ਕਿਹਾ ਜਾਂਦਾ ਹੈ? ਕ੍ਰਿਸ਼ਨ ਸਿੰਘ ਆਰਿਫ ਦੀ ਰਚਨਾ ਨੂੰ। ਵੀਰ ਕਾਵਿ ਵਿੱਚ ਪ੍ਰਮੁੱਖ ਕਾਵਿ ਰੂਪ ਕਿਹੜੇ ਹਨ? ਵਾਰ ਅਤੇ ਜੰਗਨਾਮਾ। ਚੰਡੀ ਦੀ ਵਾਰ ਵਿੱਚ ਕੁੱਲ ਕਿੰਨੇ ਬੰਦ ਹਨ? 55। ਚੰਡੀ ਦੀ ਵਾਰ ਵਿੱਚ ਕੁੱਲ ਕਿੰਨੀਆਂ ਪੌੜੀਆਂ ਅਤੇ ਦੋਹਰੇ ਹਨ? 54 ਪੌੜੀਆਂ ਤੇ ਇੱਕ ਦੋਹਰਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਵਰਤਿਆ ਗਿਆ ਅਖੀਰਲਾ ਰਾਗ ਕਿਹੜਾ ਹੈ? ਜੈ ਜੈਵੰਤੀ ਰਾਗ। ਅਸ਼ਟਪਦੀ ਰੂਪ ਕਿਸ ਬਾਣੀ ਵਿੱਚ ਵਰਤਿਆ ਗਿਆ? ਸੁਖਮਨੀ ਸਾਹਿਬ ਵਿੱਚ। ਸੂਹੀ ਰਾਗ ਵਿੱਚ 4 ਲਾਵਾਂ ਦਾ ਪਾਠ ਜੋ ਆਨੰਦ ਕਾਰਜ ਸਮੇਂ ਪੜ੍ਹਿਆ ਜਾਂਦਾ ਹੈ, ਕਿਹੜੇ ਗੁਰੂ ਦਾ ਉਚਾਰਨ ਕੀਤਾ ਹੋਇਆ ਹੈ? ਗੁਰੂ ਰਾਮਦਾਸ ਜੀ ਦਾ। ਲੰਗਰ ਦੀ ਮਰਿਆਦਾ ਦਾ ਮੁੱਢ ਕਿਹੜੇ ਗੁਰੂ ਨੇ ਬੰਨ੍ਹਿਆ? ਸ਼੍ਰੀ ਗੁਰੂ ਨਾਨਕ ਦੇਵ ਜੀ ਨੇ। ਪੰਜਾਬੀ ਦਾ ਕਿਹੜਾ ਕਿੱਸਾ ਇੱਕ ਮਰਾਸੀ ਕੋਲੋਂ ਸੁਣ ਕੇ ਲਿਖਿਆ ਗਿਆ? ਮਿਰਜ਼ਾ ਸਾਹਿਬਾ।
ਬਾਬਿਆਂ ਦਾ ਗਿੱਧਾ ਨਾਚ ਕਿਸ ਇਲਾਕੇ ਨਾਲ ਸੰਬੰਧਿਤ ਹੈ? ਮਾਲਵੇ ਨਾਲ। ਕਿੰਮਾ ਮਲਕੀ ਕੀ ਹੈ? ਇਹ ਇੱਕ ਲੋਕ ਗਾਥਾ ਹੈ। ਪ੍ਰੋਫੈਸਰ ਪੂਰਨ ਸਿੰਘ ਦੀ ਸਵੈ ਜੀਵਨੀ ਦਾ ਗੁਰਬਖਸ਼ ਸਿੰਘ ਪ੍ਰੀਤਲੜੀ ਵੱਲੋਂ ਅਨੁਵਾਦਿਤ ਰੂਪ ਅਤੇ ਉਸਦਾ ਕੀ ਨਾਮ ਹੈ? ਜ਼ਿੰਦਗੀ ਦੇ ਰਾਹਾਂ ਤੇ। ਦੇਖੋ, ਪ੍ਰੋਫੈਸਰ ਪੂਰਨ ਸਿੰਘ ਦੀ ਸਵੈ ਜੀਵਨੀ ਹੈ ਜੋ ਗੁਰਬਖਸ਼ ਸਿੰਘ ਨੇ ਅਨੁਵਾਦਿਤ ਕੀਤੀ ਤੇ ਉਸਦਾ ਨਾਮ ਰੱਖਿਆ ਜ਼ਿੰਦਗੀ ਦੇ ਰਾਹਾਂ ਤੇ। ਅੰਮ੍ਰਿਤਾ ਪ੍ਰੀਤਮ ਦੀ ਸਵੈ ਜੀਵਨੀ ਦਾ ਕੀ ਨਾਂ ਹੈ? ਰਸ਼ੀਦੀ ਟਿਕਟ। ਪ੍ਰੋਫੈਸਰ ਸਾਹਿਬ ਦੀ ਸਵੈ ਜੀਵਨੀ ਦਾ ਕੀ ਨਾਮ ਹੈ? ਮੇਰੀ ਜੀਵਨ ਕਹਾਣੀ। ਡਾਕਟਰ ਮਹਿੰਦਰ ਸਿੰਘ ਰੰਧਾਵਾ ਦੀ ਸਵੈ ਜੀਵਨੀ ਕਿਹੜੀ ਹੈ? ਆਪ ਬੀਤੀ। ਬਲਵੰਤ ਗਾਰਗੀ ਦੀ ਸਵੈ ਜੀਵਨੀ ਨੰਗੀ ਧੁੱਪ ਹੈ। ਭਾਰਤ ਸਰਕਾਰ ਨੇ ਬਲਵੰਤ ਗਾਰਗੀ ਨੂੰ ਕਿਹੜੇ ਸਾਲ ਪਦਮ ਸ਼੍ਰੀ ਦੀ ਉਪਾਧੀ ਨਾਲ ਨਵਾਜਿਆ ਸੀ? 1973 ਵਿੱਚ। ਬਲਵੰਤ ਗਾਰਗੀ ਨੂੰ ਪਦਮ ਸ਼੍ਰੀ ਮਿਲਿਆ 1973 ਵਿੱਚ। ਤੇ ਕਵਿੱਤਰੀ ਕਹਾਣੀਕਾਰ, ਜੋ ਕਵਿੱਤਰੀ ਹੈ ਤੇ ਕਹਾਣੀਕਾਰ ਹੈ ਪ੍ਰਭਜੋਤ ਕੌਰ, ਇਸ ਨੂੰ ਪਦਮ ਸ਼੍ਰੀ ਮਿਲਿਆ 1967 ਵਿੱਚ। ਕਿਹੜੇ ਪੰਜਾਬੀ ਪਹਿਲਵਾਨ ਦਾ ਟੀਵੀ ਸ਼ੋਅ ਰਾਮਾਇਣ ਅਤੇ ਹਨੂੰਮਾਨ ਦਾ ਕਿਰਦਾਰ ਬਹੁਤ ਹਰਮਨ ਪਿਆਰਾ ਹੋਇਆ? ਇਹ ਸੀ ਦਾਰਾ ਸਿੰਘ ਜੀ। ਪ੍ਰਗੀਤ ਸਾਹਿਤ ਦਾ ਕਿਹੜਾ ਰੂਪ ਹੈ? ਇਹ ਕਾਵਿ ਰੂਪ ਹੈ। ਕਿਹੜਾ ਸਾਹਿਤ ਰੂਪ ਸ਼ੇਅਰਾਂ ਤੇ ਆਧਾਰਿਤ ਹੈ? ਗਜ਼ਲ। ਗਜ਼ਲ ਵਿੱਚ ਕੀ ਹੈ? ਸ਼ੇਅਰ ਹੁੰਦੇ ਹਨ। ਗਜ਼ਲਾਂ ਤੇ ਆਧਾਰਿਤ ਹੈ। ਪੰਜਾਬੀ ਦਾ ਕਿਹੜਾ ਰੂਪ ਰਾਗ ਰਾਗਣੀ ਨਾਲ ਸੰਬੰਧਿਤ ਹੈ? ਕਾਫੀਆਂ। ਕਾਫੀਆਂ ਜੋ ਰਾਗ ਰਾਗਣੀ ਨਾਲ ਸੰਬੰਧਿਤ ਹੈ। ਇਹ ਸੀ ਬਈ 181 ਤੋਂ 255 ਤੱਕ ਵਾਰਤਕ ਕਾਵਿਆਂ ਦੇ ਪ੍ਰਸ਼ਨ।